ਸਨਮਾਨਯੋਗ ਸਾਧ ਸੰਗਤ ਜੀਓ, ਗੁਰੂ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਇਹ ਬਚਨ ਲਿਖੇ ਨੇ। ਗੁਰੂ ਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਭੇਟ ਹਰ ਜਸ ਮੁਖ ਭਨੀਏ। ਜਿਸ ਦਾ ਸੰਖੇਪ ਜਿਹਾ ਮਤਲਬ ਹੈ ਕਿ ਸਾਨੂੰ ਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਗੁਰਬਾਣੀ ਕੀਰਤਨ ਸੁਣਨਾ ਚਾਹੀਦਾ ਹੈ। ਸਤਿਗੁਰੂ ਜੀ ਦੀ ਸੰਗਤ ਵਿੱਚ ਆ ਕੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਵਾਹਿਗੁਰੂ ਜੀ ਦਾ ਜਸ ਗਾਉਣਾ ਚਾਹੀਦਾ, ਮੁੱਖ ਤੋਂ ਉਚਾਰਨਾ ਚਾਹੀਦਾ। ਸੋ ਇੱਥੇ ਦੋ ਚੀਜ਼ਾਂ ਗੁਰੂ ਮਹਾਰਾਜ ਜੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇੱਕ ਕੀਰਤਨ ਤੇ ਇੱਕ ਉਹਦਾ ਜਸ ਕਰਨਾ, ਯਾਨੀ ਕਥਾ ਵਿਚਾਰ ਕਰਨਾ। ਸੋ ਆਪਾਂ ਜਦੋਂ ਵੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਧਰ ਉੱਧਰ ਖਲੋ ਕੇ ਬਹਿ ਕੇ ਗੱਲਾਂ ਬਾਤਾਂ ਆਪਸ ਵਿੱਚ ਕਰਕੇ ਆਪਣਾ ਇਹ ਕੀਮਤੀ ਸਮਾਂ ਖਰਾਬ ਨਾ ਕਰਿਆ ਕਰੀਏ। ਆਪਾਂ ਜਦੋਂ ਵੀ ਗੁਰੂ ਘਰ ਆਈਏ, ਜੋ ਵੀ ਜ਼ਰੂਰਤ ਹੈ ਚਾਹ ਪਾਣੀ ਲੰਗਰ ਪਾਣੀ ਛਕਣ ਦੀ, ਉਹ ਥੋੜ੍ਹੇ ਸਮੇਂ ਵਿੱਚ ਆਪਣਾ ਕਾਰਜ ਕਰਕੇ ਤੇ ਫਿਰ ਗੁਰੂ ਮਹਾਰਾਜ ਦੀ ਸੰਗਤ ਵਿੱਚ ਆ ਕੇ ਆਪਾਂ ਨੂੰ ਬੈਠਣਾ ਚਾਹੀਦਾ ਹੈ। ਇਹ ਸਮਾਂ ਬੜਾ ਹੀ ਕੀਮਤੀ ਹੈ ਤੇ ਅਨਮੋਲ ਹੈ। ਇਸ ਸਮੇਂ ਨੂੰ ਗਵਾਉਣਾ ਨਹੀਂ ਚਾਹੀਦਾ। ਆਪਾਂ ਜਦੋਂ ਅਖੀਰਲੇ ਵਕਤ ਹੁੰਦੇ ਹਾਂ, ਅਖੀਰਲੇ ਸਵਾਸ ਤੇ ਚਾਹੇ ਦੁਨੀਆ ਦੀ ਸਾਰੀ ਜਾਇਦਾਦ ਦੇ ਦਿੱਤੀ ਜਾਏ ਕਿ ਸਾਨੂੰ ਸਵਾਸ ਹੋਰ ਮਿਲ ਜਾਣ, ਉਹ ਮਿਲਣ ਵਾਲੇ ਨਹੀਂ ਹਨ। ਇਸ ਲਈ ਇੱਕ ਇੱਕ ਸਵਾਸ ਅਰਬਾਂ ਖਰਬਾਂ ਦਾ ਏ, ਜਿਸ ਨੂੰ ਅਸੀਂ ਬਿਨਾਂ ਸੋਚਿਆਂ ਸਮਝਿਆਂ ਗਵਾਈ ਜਾ ਰਹੇ ਹਾਂ। ਸਾਨੂੰ ਇਹ ਨਹੀਂ ਗਵਾਉਣਾ ਚਾਹੀਦਾ, ਇਸ ਨੂੰ ਸੰਭਾਲਣਾ ਚਾਹੀਦਾ ਹੈ। ਸੋ ਜਦੋਂ ਆਪਾਂ ਗੁਰਦੁਆਰੇ ਆਉਂਦੇ ਹਾਂ, ਗੁਰੂ ਦੀ ਬਾਣੀ ਰਾਹੀਂ ਸਾਨੂੰ ਨਾਮ ਸਿਮਰਨ ਕਰਨ ਦੀ ਪ੍ਰੇਰਨਾ ਮਿਲਦੀ ਏ। ਸਾਨੂੰ ਸੇਵਾ ਕਰਨ ਲਈ ਗੁਰੂ ਜੀ ਉਤਸ਼ਾਹ ਬਖਸ਼ਦੇ ਨੇ। ਪਰ ਉਪਕਾਰ ਦੇ ਕੰਮ ਕਰਨੇ, ਇਹ ਚੀਜ਼ਾਂ ਸਾਨੂੰ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹਨ ਨੂੰ, ਸੁਣਨ ਨੂੰ ਤੇ ਸਮਝਣ ਨੂੰ ਮਿਲਦੀਆਂ ਨੇ। ਇਹਦੇ ਨਾਲ ਨਾਲ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸਾਡੀ ਨਿੱਜੀ ਜ਼ਿੰਦਗੀ ਹੈ, ਜਿਸ ਨੂੰ ਅਸੀਂ ਸੰਸਾਰਕ ਜੀਵਨ ਆਖਦੇ ਹਾਂ, ਉਹ ਵੀ ਚੰਗਾ ਬਣਾਉਣ ਲਈ ਬੜੀ ਪ੍ਰੇਰਨਾ ਦਿੱਤੀ ਹੋਈ ਹੈ। ਸਾਨੂੰ ਗੁਰੂ ਸਾਹਿਬ ਨੇ ਬਾਣੀ ਦੇ ਰਾਹੀਂ ਸਾਡੇ ਜੀਵਨ ਦੇ ਹਰ ਪਹਿਲੂ ਤੋਂ ਕੋਈ ਨਾ ਕੋਈ ਬਚਨ ਸਾਡੇ ਨਾਲ ਜ਼ਰੂਰ ਸਾਂਝਾ ਕੀਤਾ ਹੋਇਆ ਹੈ। ਜਿੱਥੇ ਅਸੀਂ ਅਧਿਆਤਮਿਕ ਜੀਵਨ ਉੱਚਾ ਚੁੱਕਣਾ ਹੈ, ਉਹਦੇ ਨਾਲ ਨਾਲ ਸਾਡਾ ਜਿਹੜਾ ਦੁਨਿਆਵੀ ਜੀਵਨ ਹੈ ਉਹ ਵੀ ਚੰਗਾ ਸੁਚੱਜਾ ਹੋਣਾ ਚਾਹੀਦਾ ਹੈ। ਮੈਂ ਇੱਕ ਛੋਟੀ ਜਿਹੀ ਵਿਚਾਰ ਤੁਹਾਡੇ ਨਾਲ ਕਰਕੇ ਤੇ ਫਿਰ ਅੱਜ ਦੀ ਵਿਚਾਰ ਸ਼ੁਰੂ ਕਰਾਂਗਾ। ਉਹ ਵਿਚਾਰ ਇਹ ਹੈ ਕਿ ਪਿਛਲੇ ਦਿਨੀਂ ਮੈਨੂੰ ਕਿਸੇ ਸੰਸਕਾਰ 'ਤੇ ਜਾਣ ਦਾ ਮੌਕਾ ਮਿਲਿਆ, ਕ੍ਰਿਮੇਸ਼ਨ 'ਤੇ ਜਾਣ ਦਾ। ਤੇ ਜਿਹੜੀ ਚੀਜ਼ ਮੈਂ ਵੇਖੀ, ਮੇਰੇ ਧਿਆਨ ਵਿੱਚ ਆਈ, ਮੇਰਾ ਮਨ ਸੀ ਕਿ ਮੈਂ ਤੁਹਾਡੇ ਨਾਲ ਉਸ ਨੂੰ ਸਾਂਝਿਆ ਕਰਾਂ ਤਾਂ ਕਿ ਅਸੀਂ ਸੁਚੇਤ ਹੋਈਏ।
ਜਿੱਥੇ ਅਸੀਂ ਅਧਿਆਤਮਕ ਜੀਵਨ ਬੜਾ ਹੀ ਸੁਚੇਤਤਾ ਨਾਲ, ਜਾਗਰੂਕਤਾ ਨਾਲ, ਜਿਸ ਨੂੰ ਅਵੇਅਰਨੈਸ ਕਹਿੰਦੇ ਆ, ਉਹਦੇ ਨਾਲ ਜਿਉਣਾ ਹੈ। ਉਹਦੇ ਨਾਲ ਸਾਡਾ ਜਿਹੜਾ ਸੰਸਾਰਿਕ ਜੀਵਨ ਹੈ, ਇਹਦੇ ਵਿੱਚ ਵੀ ਸਾਨੂੰ ਬੜੀ ਹੀ ਸੁਚੇਤਤਾ ਦੀ ਲੋੜ ਹੁੰਦੀ ਹੈ। ਉੱਥੇ ਮੈਂ ਵੇਖਿਆ ਕਿ ਜਦੋਂ ਮ੍ਰਿਤਕ ਸਰੀਰ ਨੂੰ ਅੰਗੀਠੇ ਦੇ ਵਿੱਚ ਭੇਜਿਆ ਜਾਂਦਾ ਹੈ, ਉਸ ਤੋਂ ਪਹਿਲਾਂ ਸਾਰੇ ਪਰਿਵਾਰ ਦੇ ਜੀ, ਸਾਰੀ ਸੰਗਤ ਉਸ ਸਰੀਰ ਦਾ ਮੂੰਹ ਵੇਖਣ ਲਈ ਆਉਂਦੇ ਨੇ। ਉਸ ਨੂੰ ਵਿਊਇੰਗ ਆਖਦੇ ਨੇ। ਕੁਝ ਲੋਕ ਆਪਣਾ ਪਿਆਰ, ਆਪਣੀ ਸ਼ਰਧਾ ਭੇਟਾ ਉਸ ਪ੍ਰਾਣੀ ਨੂੰ ਅਰਪਣ ਕਰਦੇ ਨੇ। ਇਹ ਗੱਲਾਂ ਸਮਝਣੀਆਂ ਨੇ ਕਿ ਕੀ ਉਹ ਮ੍ਰਿਤਕ ਪ੍ਰਾਣੀ ਹੁਣ ਸਾਡੀ ਪਿਆਰ ਭੇਟਾ ਸਵੀਕਾਰ ਕਰਨ ਦੇ ਯੋਗ ਹੈ? ਕੀ ਉਹ ਸਾਡੀ ਪਿਆਰ ਭੇਟਾ ਨੂੰ ਹੁਣ ਸਵੀਕਾਰ ਕਰਕੇ ਸਾਡੇ ਨਾਲ ਕੋਈ ਦਿਲ ਦੀ ਗੱਲ ਕਰੇਗਾ? ਨਹੀਂ ਕਰੇਗਾ। ਸੋ ਚਲੋ, ਅਸੀਂ ਜੋ ਕੁਝ ਸਾਡੇ ਮਨ ਵਿੱਚ ਆਉਂਦਾ, ਅਸੀਂ ਉਹਨੂੰ ਸਤਿਕਾਰ, ਪਿਆਰ ਦਿੰਦੇ ਹਾਂ। ਕੁਛ ਲੋਕਾਂ ਨੇ, ਖਾਸ ਕਰਕੇ ਬੀਬੀਆਂ ਨੇ, ਉਸ ਮ੍ਰਿਤਕ ਸਰੀਰ ਦੇ ਪੈਰਾਂ ਵਾਲੇ ਪਾਸੇ ਕੁਝ ਮਾਇਆ ਰੱਖ ਕੇ ਮੱਥਾ ਵੀ ਟੇਕਿਆ। ਧਿਆਨ ਰੱਖਣਾ ਜੀ, ਮੈਂ ਇਹਦਾ ਬਹੁਤਾ ਵਿਸਥਾਰ ਨਹੀਂ ਕਰਨਾ, ਪਰ ਤੁਸੀਂ ਇਹਨਾਂ ਗੱਲਾਂ ਨੂੰ ਆਪ ਸਮਝਦੇ ਜਾਣਾ। ਰੁਪਈਏ ਰੱਖ ਕੇ ਮੱਥਾ ਟੇਕਿਆ। ਫਿਰ ਉਹ ਸਰੀਰ ਜਦੋਂ ਅਸੀਂ ਅੰਗੀਠੇ ਵਿੱਚ ਭੇਜਦੇ ਹਾਂ ਤੇ ਉਹਦੇ ਵਿੱਚ ਤੇ ਹਰ ਚੀਜ਼ ਨੇ ਸੜ ਕੇ ਸੁਆਹ ਹੀ ਹੋਣਾ ਹੈ ਜੀ। ਉੱਥੋਂ ਤੇ ਕੁਛ ਵੀ ਨਹੀਂ ਬਚਣਾ। ਉਹ ਜਿਹੜੀ ਮਾਇਆ ਉਸ ਮ੍ਰਿਤਕ ਪ੍ਰਾਣੀ ਦੇ ਚਰਨਾਂ ਵਿੱਚ ਰੱਖੀ, ਉਹ ਮਾਇਆ ਵੀ ਕੁਝ ਨਵੇਂ ਕੱਪੜੇ, ਚਾਦਰ ਵਗੈਰਾ ਉਹਦੇ ਉੱਤੇ ਪਾਈ, ਉਹ ਵੀ ਕੁਝ ਫੁੱਲਾਂ ਦੇ ਹਾਰ ਪਾਏ ਗਏ, ਉਹ ਵੀ, ਉਹ ਸਾਰੇ ਸਾੜੀ ਗਏ ਹੋਣਗੇ। ਔਰ ਇੱਕ ਗੱਲ ਚੇਤੇ ਰੱਖਣਾ ਕਿ ਜਿਹੜਾ ਬੰਦਾ ਡਾਲਰ ਸਾੜਦਾ ਹੈ, ਕਿਸੇ ਵੀ ਮੁਲਕ ਦੀ ਜਿਹੜੀ ਕਰੰਸੀ ਹੁੰਦੀ ਹੈ, ਉਹ ਸਾਡੀ ਪ੍ਰਾਈਵੇਟ ਜਾਇਦਾਦ ਨਹੀਂ ਹੁੰਦੀ। ਉਹ ਸਾਡੇ ਮੁਲਕ ਦੀ ਜਾਇਦਾਦ ਹੁੰਦੀ ਹੈ। ਮੁਲਕ ਦੀ ਜਾਇਦਾਦ ਨੂੰ ਕਿਸੇ ਤਰ੍ਹਾਂ ਨਾਲ ਸਾੜਨਾ, ਉਹਨੂੰ ਤਬਾਹ ਕਰਨਾ, ਉਹਨੂੰ ਡਿਸਟਰੋਏ ਕਰਨਾ, ਉਹ ਕਾਨੂੰਨੀ ਜੁਰਮ ਮੰਨਿਆ ਜਾਂਦਾ ਹੈ। ਮਾਇਆ ਨੂੰ ਸਾੜਨਾ, ਮਾਇਆ ਨੂੰ ਪਾੜ ਕੇ ਸੁੱਟ ਦੇਣਾ ਜਾਂ ਇਹੋ ਜਿਹਾ ਕੁਝ ਵੀ ਕਰਨਾ, ਉਹ ਕਾਨੂੰਨੀ ਜੁਰਮ ਹੈ ਤੇ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ। ਸੋ ਮੈਂ ਇਹ ਗੱਲ ਤੁਹਾਡੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਸਾਂ ਕਿ ਆਪਾਂ ਗ੍ਰਸਤੀ ਲੋਕ ਹਾਂ। ਆਪਣੇ ਪਰਿਵਾਰਾਂ ਵਿੱਚ ਜਨਮ ਵੀ ਹੁੰਦੇ ਰਹਿਣੇ ਨੇ ਤੇ ਮਰਨ ਵੀ ਹੋਣਾ ਹੀ ਅਕਸਰ। ਜੋ ਜਨਮੈ ਸੋ ਜਾਣੋ ਮੂਆ। ਅਸਲ ਵਿੱਚ ਅਸੀਂ ਜਨਮੇ ਹੀ ਮਰਨ ਵਾਸਤੇ ਹਾਂ। ਇਹ ਗੱਲ ਚੇਤੇ ਰੱਖਣ ਵਾਲੀ ਹੈ। ਜੇ ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਅਸੀਂ ਮਰਨ ਵਾਸਤੇ ਹੀ ਪੈਦਾ ਹੋਏ ਹਾਂ, ਤੇ ਤਾਂ ਹੀ ਅਸੀਂ ਕਿਸੇ ਦੇ ਮਰਨ ਤੇ ਦੁਖੀ ਤੇ ਪਰੇਸ਼ਾਨ ਹੁੰਦੇ ਹਾਂ। ਜੇਕਰ ਸਾਨੂੰ ਇਹ ਗੱਲ ਬਾਰ-ਬਾਰ ਯਾਦ ਕਰਵਾਈ ਜਾਂਦੀ ਰਹੇ ਕਿ ਜਿਹੜਾ ਵੀ ਸੰਸਾਰ ਤੇ ਆਇਆ, ਸੰਸਾਰ ਤੋਂ ਜਾਣ ਵਾਸਤੇ ਆਇਆ ਹੈ, ਉਹ ਸਦਾ ਲਈ ਇੱਥੇ ਪ੍ਰਾਹੁਣਾ ਬਣ ਕੇ ਨਹੀਂ ਆਇਆ, ਉਹਨੇ ਆਖਰ ਇੱਥੋਂ ਜਾਣਾ ਹੈ। ਜੇ ਇਹ ਗੱਲ ਸਾਡੇ ਧਿਆਨ ਵਿੱਚ ਰਹੇਗੀ ਤੇ ਫਿਰ ਸ਼ਾਇਦ ਸਾਨੂੰ ਕਿਸੇ ਦੇ ਜਾਣ ਦਾ ਇੰਨਾ ਬਹੁਤਾ ਦੁੱਖ ਨਹੀਂ ਹੋਏਗਾ। ਹੋਏਗਾ ਤਾਂ ਜ਼ਰੂਰ, ਕਿਉਂਕਿ ਅਸੀਂ ਜਿਹਦੇ ਨਾਲ ਵੀ ਕੁਝ ਸਮਾਂ ਬਿਤਾਉਂਦੇ ਹਾਂ, ਉਹਦੇ ਨਾਲ ਸਾਡਾ ਕੁਝ ਨਾ ਕੁਝ ਲਗਾਵ ਬਣਦਾ ਹੈ, ਕੋਈ ਪਿਆਰ ਬਣਦਾ ਹੈ, ਕੋਈ ਸਨੇਹ ਬਣਦਾ ਹੈ, ਕੋਈ ਹਮਦਰਦੀ ਸਾਡੇ ਅੰਦਰ ਉਹਦੇ ਪ੍ਰਤੀ ਪੈਦਾ ਹੁੰਦੀ ਹੈ।
ਦੁੱਖ ਤਾਂ ਹੁੰਦਾ ਹੈ ਪਰ ਫਿਰ ਇੰਨਾ ਜ਼ਿਆਦਾ ਨਹੀਂ ਹੁੰਦਾ, ਬਚਾਅ ਹੋ ਜਾਂਦਾ ਹੈ। ਸੋ ਆਪਾਂ ਜੀ ਇਹ ਚੀਜ਼ਾਂ ਧਿਆਨ ਵਿੱਚ ਰੱਖੀਏ। ਜਦੋਂ ਵੀ ਕੋਈ ਇਹੋ ਜਿਹੀ ਘਟਨਾ ਸਾਡੇ ਸਮਾਜ ਵਿੱਚ, ਸਾਡੇ ਪਰਿਵਾਰ ਵਿੱਚ ਵਾਪਰੇ, ਤੇ ਇਹੋ ਜਿਹੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ। ਇਹੋ ਜਿਹੇ ਕਰਮ ਕਾਂਡ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਦੇ ਕਰਨ ਨਾਲ ਸਾਡਾ ਆਪਣਾ ਵੀ ਨੁਕਸਾਨ ਹੋਵੇ ਤੇ ਸਾਡੇ ਮੁਲਕ ਦਾ ਵੀ ਨੁਕਸਾਨ ਹੋਵੇ। ਕਿੰਨਾ ਚੰਗਾ ਹੁੰਦਾ ਜੇ ਉਹੋ ਹੀ ਮਾਇਆ ਕਿਸੇ ਲੋੜਵੰਦ ਨੂੰ ਦਿੱਤੀ ਜਾਂਦੀ, ਉਹੋ ਹੀ ਨਵੇਂ ਕੱਪੜੇ ਕਿਸੇ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ, ਕਿਸੇ ਦੇ ਕੰਮ ਆ ਜਾਂਦੇ, ਪਰ ਆਪਾਂ ਉਹ ਸਾੜ ਦਿੱਤੇ। ਤੇ ਜੇ ਮੈਂ ਆਖਿਆ ਤੇ ਮੈਨੂੰ ਜਵਾਬ ਪਤਾ ਕੀ ਮਿਲਿਆ? ਜੀ ਇਹ ਸਾਡੀ ਸ਼ਰਧਾ ਸੀ, ਸਾਡੀ ਭਾਵਨਾ ਸੀ। ਹੁਣ ਤੁਸੀਂ ਅੰਦਾਜ਼ਾ ਲਾਓ, ਇਹ ਸਾਡੀ ਸ਼ਰਧਾ ਭਾਵਨਾ ਹੈ ਕਿ ਸਾਡੀ ਅਗਿਆਨਤਾ ਹੈ। ਇਹੋ ਜਿਹੀ ਸ਼ਰਧਾ ਨੂੰ, ਇਹੋ ਜਿਹੀ ਭਾਵਨਾ ਨੂੰ ਕਦੀ ਵੀ ਸ਼ਰਧਾ ਜਾਂ ਭਾਵਨਾ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਇਹ ਕੇਵਲ ਤੇ ਕੇਵਲ ਅਗਿਆਨਤਾ ਹੁੰਦੀ ਹੈ। ਜਿਸ ਨੂੰ ਸ਼ਰਧਾ ਆਖੀਦਾ ਹੈ ਉਹਦਾ ਮਤਲਬ ਹੁੰਦਾ ਹੈ ਕਿ ਅਸੀਂ ਗੁਰੂ ਜੀ ਦੇ ਬਚਨ ਸੁਣੇ ਨੇ ਤੇ ਉਹਨਾਂ ਬਚਨਾਂ ਉੱਤੇ ਅਸੀਂ ਹੁਣ ਤਕੜੇ ਹੋ ਕੇ ਪਹਿਰਾ ਦੇਣਾ ਹੈ, ਭਾਵ ਉਹਨਾਂ ਬਚਨਾਂ ਦੀ ਕਮਾਈ ਕਰਨੀ ਹੈ। ਮੇਰੇ ਗੁਰੂ ਨੇ ਜਿਹੜਾ ਮੈਨੂੰ ਕੰਮ ਕਰਨ ਲਈ ਆਖਿਆ ਹੈ, ਮੈਂ ਉਹ ਹਰ ਹੀਲੇ ਕਰਨਾ ਹੈ। ਗੁਰੂ ਦੇ ਦੱਸੇ ਰਸਤੇ ਤੋਂ ਚੱਲਦਿਆਂ ਹੋਇਆਂ ਮੈਂ 1 ਇੰਚ ਵੀ ਇੱਧਰ ਤੇ ਉੱਧਰ ਨਹੀਂ ਹੋਣਾ। ਇਹ ਹੁੰਦੀ ਹੈ ਸ਼ਰਧਾ ਗੁਰੂ ਉੱਤੇ। ਕਰਮ ਕਾਂਡ ਕਰਨੇ ਕਿਸੇ ਤਰ੍ਹਾਂ ਨਾਲ ਕੋਈ ਸ਼ਰਧਾ ਨਹੀਂ ਹੁੰਦੀ, ਉਹ ਮੂਰਖਪੁਣਾ ਹੁੰਦਾ ਹੈ। ਸੋ ਆਪਾਂ ਜੀ ਉਹ ਬਿਲਕੁਲ ਨਹੀਂ ਕਰਨਾ। ਯਤਨ ਕਰਨਾ ਹੈ ਕਿ ਜਿੱਥੇ ਅਸੀਂ ਆਪਣੇ ਅਧਿਆਤਮਿਕ ਜੀਵਨ ਨੂੰ ਚੰਗਾ ਬਣਾਉਣਾ ਹੈ, ਰੱਬ ਨਾਲ ਜੁੜਨ ਲਈ ਇਹਨੂੰ ਤਿਆਰ ਕਰਨਾ ਹੈ, ਉਹਦੇ ਨਾਲ ਨਾਲ ਦੁਨੀਆ ਵਿੱਚ ਜਿਉਂਦਿਆਂ ਵੀ ਅਸੀਂ ਕੁਝ ਚੰਗਾ ਕਰੀਏ, ਕੁਝ ਸਾਰਥਿਕ ਕਰੀਏ, ਜਿਹਦੇ ਕੁਝ ਅਰਥ ਨਿਕਲਦੇ ਹੋਣ। ਸੋ ਆਓ ਹੁਣ ਆਪਾਂ ਅੱਜ ਦੇ ਵਿਚਾਰ ਪ੍ਰਾਰੰਭ ਕਰਦੇ ਹਾਂ। ਪਿਛਲੀ ਕਥਾ ਵਿੱਚ ਆਪਾਂ ਰਾਮਕਲੀ ਰਾਗ ਦੇ ਅੰਦਰ ਉਹ ਵਾਰ ਜਿਹੜੀ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ ਨੂੰ ਸਮਝਿਆ ਸੀ, ਯਾਨੀ ਉਸ ਸਿਰਲੇਖ ਨੂੰ ਆਪਾਂ ਸਮਝਿਆ ਸੀ। ਅੱਜ ਆਪਾਂ ਉਸ ਤੋਂ ਅੱਗੇ ਚੱਲਦੇ ਹਾਂ। ਰਾਮਕਲੀ ਰਾਗ ਤੋਂ ਬਾਅਦ ਜਿਹੜਾ ਰਾਗ ਆਉਂਦਾ ਹੈ ਉਹ ਹੈ ਰਾਗ ਨਟ ਨਾਰਾਇਣ। ਰਾਗ ਨਟ ਹੈ ਮੂਲ ਰੂਪ ਵਿੱਚ, ਤੇ ਇਹਦੇ ਨਾਲ ਕੁਝ ਹੋਰ ਮਿਲਾ ਕੇ ਰਾਗ ਗਾਉਣ ਦੀ ਹਦਾਇਤ ਗੁਰੂ ਜੀ ਨੇ ਕੀਤੀ ਹੋਈ ਹੈ। ਵੈਸੇ ਤਾਂ ਇਹ ਕਾਰਜ ਜਿਹੜਾ ਹੈ ਰਾਗੀ ਸਿੰਘਾਂ ਦਾ ਹੁੰਦਾ ਹੈ, ਉਹਨਾਂ ਨੂੰ ਚਾਹੀਦਾ ਹੈ ਕਿ ਸੰਗਤ ਨੂੰ ਰਾਗਾਂ ਬਾਰੇ ਜਾਣਕਾਰੀ ਦੇਣ। ਇਹ ਨਟ ਰਾਗ ਕੀ ਹੈ, ਇਹਦਾ ਸਰੂਪ ਕੀ ਹੈ, ਕਿਸ ਵੇਲੇ ਗਾਇਆ ਜਾਂਦਾ ਹੈ, ਇਹਦੇ ਵਿੱਚ ਕਿਹੋ ਜਿਹੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਜਾਂਦੇ ਨੇ। ਨਾਰਾਇਣ ਇਹ ਕਿਵੇਂ, ਕਿਹੜੀ ਚੀਜ਼ ਇਹਦੇ ਨਾਲ ਮਿਲਾ ਕੇ ਗਾਈ ਜਾਏ ਤੇ ਨਟ ਨਾਰਾਇਣ ਬਣ ਜਾਂਦਾ ਹੈ। ਇਹ ਕੰਮ ਜਿਨ੍ਹਾਂ ਦਾ ਹੈ ਉਹਨਾਂ ਨੂੰ ਹੀ ਸਾਜਦਾ ਹੈ ਤੇ ਉਹਨਾਂ ਨੂੰ ਹੀ ਚਾਹੀਦਾ ਕਿ ਸੰਗਤ ਨੂੰ ਇਹਨਾਂ ਚੀਜ਼ਾਂ ਬਾਰੇ ਉਹ ਜ਼ਰੂਰ ਦੱਸਣ। ਇਹ ਜਿਹੜਾ ਰਾਗ ਨਟ ਹੈ ਮੂਲ ਰੂਪ ਇਹਦਾ ਨਟ ਹੈ ਤੇ ਨਾਰਾਇਣ ਇਹਦੇ ਨਾਲ ਮਿਲਾ ਕੇ ਗਾਇਨ ਕੀਤਾ ਜਾਂਦਾ ਹੈ। ਇਹਦੇ ਗਾਉਣ ਦਾ ਜਿਹੜਾ ਸਮਾਂ ਹੈ ਉਹ ਦਿਨ ਦਾ ਚੌਥਾ ਪਹਿਰ ਮੰਨਿਆ ਜਾਂਦਾ ਹੈ। ਤੇ ਖਾਸ ਕਰਕੇ ਇਹ ਰਾਗ ਜਿਹੜਾ ਹੈ ਵਰਖਾ ਰੁੱਤ ਵਿੱਚ ਗਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹਦਾ ਨੰਬਰ ਜਿਹੜਾ ਹੈ ਉਹ 19ਵਾਂ ਹੈ। ਸੋ ਆਪਾਂ ਗੁਰਬਾਣੀ ਦੇ ਸਿਰਲੇਖ ਸਮਝਦੇ ਆਪਾਂ 19ਵੇਂ ਰਾਗ ਤੱਕ ਪਹੁੰਚ ਗਏ ਹਾਂ, ਯਾਨੀ ਸਿਰਲੇਖ ਤੱਕ। 31 ਮੁੱਖ ਰਾਗ ਨੇ ਤੇ ਸਮਝੋ 12 ਕੁ ਰਾਗ ਹੋਰ ਰਹਿ ਗਏ। ਉਮੀਦ ਹੈ ਆਪਾਂ ਇਹਨਾਂ ਸਿਰਲੇਖਾਂ ਨੂੰ ਛੇਤੀ ਸਮਝ ਪਾਵਾਂਗੇ।
ਇਸ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਹੀ ਬਚਨ ਹੈ, ਮੇਰੇ ਮਨ ਜਪ, ਹੇ ਮੇਰੇ ਮਨਾ ਜਪਿਆ ਕਰ। ਤੇ ਆਪਾਂ ਸਾਰਿਆਂ ਨੂੰ ਪਤਾ ਜਪਣਾ ਕਿਹਨੂੰ ਹੈ, ਆਪਾਂ ਮਾਇਆ ਨੂੰ ਜਪਦੇ ਹਾਂ। ਵੈਸੇ ਸਾਰੀ ਜ਼ਿੰਦਗੀ ਵਿੱਚ ਹੀ ਸਾਰੀ ਮਾਨਵਤਾ ਵਿੱਚ ਹੀ ਮੈਂ ਹਾਂ, ਆਪਾਂ ਮਾਇਆ ਜਪਦੇ ਹਾਂ। ਜਦੋਂ ਆਪਾਂ ਵਾਹਿਗੁਰੂ ਬੋਲਦੇ ਹਾਂ, ਕਿਸੇ ਵਿਰਲੇ ਜਿਹੇ ਮਨੁੱਖ ਨੂੰ ਛੱਡ ਕੇ ਬਾਕੀ ਸਾਰੇ ਆਪਾਂ ਉਦੋਂ ਵੀ ਮਾਇਆ ਦਾ ਹੀ ਜਾਪ ਕਰ ਰਹੇ ਹੁੰਦੇ ਹਾਂ। ਬੋਲ ਮੁਖ ਤੋਂ ਵਾਹਿਗੁਰੂ ਵਾਹਿਗੁਰੂ ਰਹੇ ਹੁੰਦੇ ਹਾਂ, ਲੇਕਿਨ ਅਸੀਂ ਜਾਪ ਜਾਂ ਸਿਮਰਨ ਉਸ ਵਕਤ ਵੀ ਮਾਇਆ ਦਾ ਹੀ ਕਰ ਰਹੇ ਹੁੰਦੇ ਹਾਂ। ਕਿਵੇਂ? ਜਿਹੜੇ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਉਹ ਕਿਹੋ ਜਿਹੇ ਹੁੰਦੇ ਨੇ? ਧੀਆਂ ਪੁੱਤਰਾਂ ਦੇ, ਸੱਜਣਾ ਮਿੱਤਰਾਂ ਦੇ, ਜ਼ਮੀਨ ਜਾਇਦਾਦ ਦੇ, ਨੌਕਰੀ ਦੇ, ਬਿਜ਼ਨਸ ਦੇ, ਵਪਾਰ ਦੇ, ਸਿਹਤ ਦੇ, ਇਹ ਸਭ ਮਾਇਆ ਹੈ ਜੀ। ਇਹ ਮਾਇਆ ਤੋਂ ਵੱਖਰਾ ਕੁਝ ਨਹੀਂ। ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਮਨ ਵਿੱਚ ਇਹ ਵਿਚਾਰਾਂ ਵਿਚਾਰ ਰਹੇ ਹੁੰਦੇ ਹਾਂ, ਐਸਾ ਕੁਝ ਸੋਚ ਰਹੇ ਹੁੰਦੇ ਹਾਂ ਕਿ ਪ੍ਰਮਾਤਮਾ ਆਹ ਕਰ ਦੇਵੇ, ਪ੍ਰਮਾਤਮਾ ਉਹ ਕਰ ਦੇਵੇ। ਜਦੋਂ ਅਸੀਂ ਇਸ ਤਰ੍ਹਾਂ ਸੋਚ ਰਹੇ ਹੁੰਦੇ ਹਾਂ, ਉਦੋਂ ਅਸੀਂ ਮਾਇਆ ਦਾ ਸਿਮਰਨ ਕਰ ਰਹੇ ਹੁੰਦੇ ਹਾਂ, ਚਾਹੇ ਅਸੀਂ ਮੁਖ ਤੋਂ ਵਾਹਿਗੁਰੂ ਬੋਲਦੇ ਹੋਈਏ। ਸੋ ਗੁਰੂ ਮਹਾਰਾਜ ਜੀ ਨੇ ਆਖਿਆ, ਮੇਰੇ ਮਨ, ਹੇ ਮੇਰੇ ਮਨਾ ਜਪ, ਜਪਿਆ ਕਰ। ਇੱਥੇ ਹੁਣ ਦੋ ਚੀਜ਼ਾਂ ਨੇ, ਕਿਹਨੂੰ ਜਪਣਾ ਹੈ ਤੇ ਕਿੰਨਾ ਚਿਰ ਜਪਣਾ ਹੈ। ਆਪਾਂ ਗੁਰਬਾਣੀ ਪੜ੍ਹਦੇ ਹਾਂ, ਲੇਕਿਨ ਆਪਾਂ ਨਾ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਮੈਂ ਤਾਂ ਹੀ ਤੁਹਾਨੂੰ ਬਾਰ-ਬਾਰ ਕਹਿੰਦਾ ਰਹਿਣਾ ਕਿ ਜ਼ਰੂਰ ਧਿਆਨ ਨਾਲ ਪੜ੍ਹਿਆ ਕਰੀਏ। ਆਪਾਂ ਦੋ ਚੀਜ਼ਾਂ ਨੇ ਜਪ ਕਹਿ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿਹੜੀਆਂ ਸਾਨੂੰ ਸਮਝਾਈਆਂ ਨੇ। ਇੱਕ ਤਾਂ ਇਹ ਨਿਸ, ਇਹ ਦਾ ਮਤਲਬ ਹੁੰਦਾ ਹੈ ਦਿਨ, ਨਿਸ ਦਾ ਮਤਲਬ ਹੁੰਦਾ ਹੈ ਰਾਤ, ਤੇ ਦੂਸਰਾ ਹੈ ਨਾਮ ਹਰੇ, ਵਾਹਿਗੁਰੂ ਜੀ ਦਾ ਨਾਮ, ਪਰਮਾਤਮਾ ਦਾ ਨਾਮ। ਇਹ ਮੇਰੇ ਮਨਾ ਜਪ, ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਕਰ, ਮਾਇਆ ਹੀ ਨਾ ਜਪਦਾ ਰਿਹਾ ਕਰ 24 ਘੰਟੇ। ਜੇ ਤੁਸੀਂ ਥੋੜ੍ਹਾ ਜਿਹਾ ਸੁਚੇਤ ਹੋਵੋ ਤੇ ਆਪਾਂ ਰਾਤ ਨੂੰ ਸੁੱਤੇ ਪਏ ਸੁਪਨੇ ਵੇਖਦੇ ਹਾਂ, ਉਹਨਾਂ ਸੁਪਨਿਆਂ ਵਿੱਚ ਵੀ ਆਪਾਂ ਮਾਇਆ ਹੀ ਜਪ ਰਹੇ ਹੁੰਦੇ ਹਾਂ। ਯਾਨੀ ਜੋ ਵੀ ਅਸੀਂ ਪਰਮਾਤਮਾ ਨੂੰ ਛੱਡ ਕੇ ਪੂਰੇ ਬ੍ਰਹਿਮੰਡੀ ਇਸ ਵਿਵਸਥਾ ਦੇ ਵਿੱਚ ਜਿੱਥੇ ਵੀ ਸਾਡਾ ਧਿਆਨ ਜਾਏ, ਉਹ ਮਾਇਆ ਹੈ। ਸੋ ਅਸੀਂ ਸੁਪਨਿਆਂ ਵਿੱਚ ਵੀ ਮਾਇਆ ਹੀ ਜਪ ਰਹੇ ਹੁੰਦੇ ਹਾਂ। ਗੁਰੂ ਸਾਹਿਬ ਆਖਦੇ ਨੇ, ਨਾਮ ਹਰੇ, ਪਰਮਾਤਮਾ ਦੇ ਨਾਮ ਨੂੰ ਜਪਿਆ ਕਰੋ, ਮਾਇਆ ਛੱਡ ਦਿਓ। ਜਦੋਂ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਤੇ ਇਹ ਮਾਇਆ ਉਹਦੀ ਦਾਸੀ ਏ, ਉਸ ਵਾਹਿਗੁਰੂ ਜੀ ਦੀ, ਉਸ ਪਰਮਾਤਮਾ ਦੀ, ਇਹ ਉਹਦੇ ਪਿੱਛੇ ਆਪਣੇ ਆਪ ਆ ਜਾਏਗੀ। ਜੇ ਤੁਸੀਂ ਮਾਇਆ ਨੂੰ ਜਪੋਗੇ ਤੇ ਸ਼ਾਇਦ ਮਾਇਆ ਤੁਹਾਡੇ ਹੱਥ ਨਾ ਆਵੇ। ਵਾਹਿਗੁਰੂ ਨੂੰ ਜਪਣ ਨਾਲ ਇਹ ਪਿੱਛੇ ਪਿੱਛੇ ਆਣੀ ਸ਼ੁਰੂ ਹੁੰਦੀ ਏ। ਜਿਵੇਂ ਅਸੀਂ ਸੂਰਜ ਵੱਲ ਨੂੰ ਮੁੱਖ ਕਰਕੇ ਤੁਰੀਏ ਤੇ ਸਾਡਾ ਪਰਛਾਵਾਂ ਪਿੱਛੇ ਪਿੱਛੇ ਆਣਾ ਸ਼ੁਰੂ ਹੁੰਦਾ ਹੈ। ਜੇ ਅਸੀਂ ਸੂਰਜ ਵੱਲ ਪਿੱਠ ਕਰਕੇ ਤੁਰੀਏ ਤੇ ਸਾਡਾ ਪਰਛਾਵਾਂ ਸਾਡੇ ਅੱਗੇ ਦੌੜਦਾ ਹੈ। ਮਾਨੋ ਇਹ ਪਰਛਾਵਾਂ ਸਾਡੇ ਸਰੀਰ ਦੀ ਮਾਇਕ ਸਥਿਤੀ ਹੈ। ਪਰਮਾਤਮਾ ਉਹ ਮਾਨੋ ਸੂਰਜ ਹੈ ਤੇ ਮਾਇਆ ਮਾਨੋ ਉਸ ਦਾ ਪਰਛਾਵਾਂ ਹੈ। ਅਸੀਂ ਉਹਦੇ ਵੱਲ ਨੂੰ ਚੱਲਾਂਗੇ ਤੇ ਮਾਇਆ ਪਿੱਛੇ ਆਏਗੀ, ਉਹਦੇ ਵੱਲ ਪਿੱਠ ਕਰਕੇ ਤੁਰਾਂਗੇ ਤੇ ਮਾਇਆ ਅੱਗੇ ਦੌੜੇਗੀ। ਸੋ ਗੁਰੂ ਜੀ ਨੇ ਆਖਿਆ, ਇਹ ਮਾਇਆ ਵਾਲੀ ਵਿਚਾਰ ਨੂੰ ਛੱਡ ਕੇ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ। ਤੇ ਕਿੰਨਾ ਚਿਰ ਜਪਣਾ ਹੈ? ਹੁਣ ਵੇਖੋ, ਕਈ ਵਾਰੀ ਨਾ ਸਾਨੂੰ
ਕੁਝ ਲੋਕਾਂ ਨੇ ਰਸਤੇ ਤੋਂ ਥੋੜ੍ਹਾ ਜਿਹਾ ਥੜਕਾ ਦਿੱਤਾ ਹੁੰਦਾ ਹੈ ਕਿ ਤੁਸੀਂ ਇੰਨੀ ਮਾਲਾ ਕਰ ਲਓ, ਇੰਨਾ ਜਪ ਕਰ ਲਓ, ਇੰਨੇ ਮਿੰਟ ਕਰ ਲਓ, ਇੰਨੇ ਘੰਟੇ ਕਰ ਲਓ। ਕੁਝ ਇਸ ਤਰ੍ਹਾਂ ਦੀ ਵਿਉਂਤਬੰਦੀ ਬਣਾ ਕੇ ਸਾਨੂੰ ਦਿੱਤੀ ਜਾਂਦੀ ਹੈ। ਭਾਵੇਂ ਉਹ ਮੁੱਢਲੀਆਂ ਅਵਸਥਾਵਾਂ ਵਿੱਚ ਚੰਗੀ ਹੁੰਦੀ ਹੈ, ਮਾੜੀ ਨਹੀਂ ਹੁੰਦੀ। ਲੇਕਿਨ ਗੁਰੂ ਰਾਮਦਾਸ ਦਾ ਮਤ ਅਹਨਿਸ ਨਾਮ ਹਰੇ, ਵਾਹਿਗੁਰੂ ਜੀ ਦੇ ਨਾਮ ਨੂੰ ਰਾਤ ਦਿਨੇ ਜਪਣਾ ਹੈ। ਸਮੇਂ ਦੀ ਇੱਥੇ ਕੋਈ ਵੀ ਉਹਨਾਂ ਨੇ ਸਾਨੂੰ ਇਸ ਤਰ੍ਹਾਂ ਦਾ ਕੋਈ ਟਾਈਮ ਟੇਬਲ ਨਹੀਂ ਬਣਾ ਕੇ ਦਿੱਤਾ ਕਿ ਸਵੇਰੇ ਸਵੇਰੇ ਹੀ ਉੱਠ ਕੇ 2 ਘੜੀਆਂ ਜਪਣਾ ਹੈ ਅਤੇ ਮੁੜ ਕੇ ਸਾਰਾ ਦਿਨ ਖੁੱਲ੍ਹੀ ਛੁੱਟੀ ਜੋ ਮਰਜ਼ੀ ਕਰੀ ਜਾਓ। ਇਸ ਤਰ੍ਹਾਂ ਨਹੀਂ, ਕੰਮ ਕਰਦਿਆਂ ਵੀ ਉਹਨੂੰ ਜਪਣਾ ਹੈ। ਜਪਣ ਤੋਂ ਅਗਲਾ ਇੱਕ ਮਤਲਬ ਜੀ ਸਮਝ ਲੈਣਾ, ਜਪਣ ਤੋਂ ਮਤਲਬ ਹੁੰਦਾ ਉਸ ਨੂੰ ਯਾਦ ਰੱਖਣਾ, ਉਸ ਨੂੰ ਵਿਸਾਰ ਕੇ, ਉਸ ਨੂੰ ਭੁਲਾ ਕੇ ਕੋਈ ਕੰਮ ਨਹੀਂ ਕਰਨਾ। ਜਦੋਂ ਉਹ ਭੁੱਲੇ, ਜਿਸ ਕੰਮ ਵਿੱਚ ਅਸੀਂ ਲੱਗੀਏ ਤੇ ਮਾਲਕ ਭੁੱਲ ਜਾਏ, ਸਮਝ ਲਓ ਉਹ ਕੰਮ ਸਾਰਥਕ ਨਹੀਂ। ਵਾਹਿਗੁਰੂ ਜੀ ਨੂੰ ਚੇਤੇ ਰੱਖਦਿਆਂ ਕੰਮ ਵੀ ਕਰਨੇ ਨੇ, ਉਹ ਵੀ ਨਹੀਂ ਤਿਆਗਣੇ, ਲੇਕਿਨ ਵਾਹਿਗੁਰੂ ਜੀ ਦੀ ਯਾਦ ਨੂੰ ਵੀ ਹਿਰਦੇ ਵਿੱਚ ਪੱਕਿਆਂ ਕਰਨਾ ਹੈ। ਸੋ ਇਹ ਜੀ 2 ਚੀਜ਼ਾਂ ਹੋ ਗਈਆਂ ਵੀ ਹੇ ਮੇਰੇ ਮਨਾ, ਇੱਕ ਤੇ ਤੂੰ ਜਪ ਵਾਹਿਗੁਰੂ ਜੀ ਨੂੰ ਤੇ ਦੂਸਰਾ ਸਦਾ ਹੀ ਜਪ। ਇਹ 2 ਗੱਲਾਂ। ਅੱਗੇ ਕੀ ਲਿਖਿਆ ਗੁਰੂ ਜੀ ਨੇ? ਕੋਟ ਕੋਟ ਦੋਖ ਬਹੁ ਕੀਨੇ। ਇੱਥੇ ਦੋਖ ਦਾ ਮਤਲਬ ਹੈ ਦੋਸ਼, ਜਿਹੜੇ ਅਪਰਾਧ ਅਸੀਂ ਕੀਤੇ, ਚਾਹੇ ਉਹ ਅਸੀਂ ਜਾਣੇ ਕੀਤੇ ਤੇ ਚਾਹੇ ਅਣਜਾਣੇ ਕੀਤੇ। ਸਾਡੇ ਤੋਂ ਜਾਣ ਬੁੱਝ ਕੇ ਹੋ ਗਏ ਜਾਂ ਅਣਜਾਣ ਪੁਣੇ ਵਿੱਚ ਹੋ ਗਏ। ਕੋਟ ਕੋਟ ਦੋਖ ਬਹੁ ਕੀਨੇ। ਕੋਟ ਦਾ ਇੱਥੇ ਮਤਲਬ ਹੈ ਜੀ ਕਰੋੜਾਂ। ਜਿਹੜੇ ਅਸੀਂ ਕਰੋੜਾਂ ਦੋਸ਼ ਯਾਨੀ ਅਪਰਾਧ ਕੀਤੇ ਹੋਏ ਨੇ ਆਪਣੇ ਜੀਵਨ ਵਿੱਚ, ਤੇ ਕਈ ਵਾਰੀ ਅਸੀਂ ਇਹ ਵੀ ਸੋਚਦੇ ਹਾਂ ਪਿਛਲਿਆਂ ਜਨਮਾਂ ਵਿੱਚ ਉਹਨਾਂ ਦਾ ਤੇ ਭਲਾ ਸਾਨੂੰ ਪਤਾ ਨਹੀਂ, ਕੀਤੇ ਹੋਣਗੇ ਜਾਂ ਨਹੀਂ ਕੀਤੇ ਹੋਣਗੇ, ਲੇਕਿਨ ਇਸ ਜਨਮ ਦਾ ਸਾਨੂੰ ਸਭਨਾਂ ਨੂੰ ਪਤਾ ਹੈ। ਤੇ ਸਾਨੂੰ ਪਤਾ ਹੈ ਕਿ ਸਾਡੇ ਤੋਂ ਬਹੁਤ ਗਲਤੀਆਂ ਹੋਈਆਂ ਨੇ। ਮੈਂ ਤੇ ਜੀ ਇਸ ਤਰ੍ਹਾਂ ਮੰਨਦਾ ਹਾਂ, ਬਹੁਤ ਭੁੱਲਾਂ ਹੋਈਆਂ ਨੇ, ਬਹੁਤ ਅਵਗਿਆਵਾਂ ਹੋਈਆਂ ਨੇ, ਉਹ ਕਰੋੜਾਂ ਹੋ ਸਕਦੀਆਂ ਨੇ। ਲੇਕਿਨ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਨੇ, ਜੇ ਤੁਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਰਾਤ ਦਿਨੇ ਜਪੋ, ਉਹ ਤੁਹਾਡੇ ਕੀਤੇ ਹੋਏ ਕਰੋੜਾਂ ਅਪਰਾਧ ਸਭ ਪਰ ਹਰ ਪਾਸ ਧਰੇ। ਪਰ ਹਰ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਛੱਡ ਦੇਣਾ, ਤਿਆਗ ਦੇਣਾ। ਇੱਥੇ ਜਿਹੜਾ ਪਾਸ ਸ਼ਬਦ ਇਹਦਾ ਮਤਲਬ ਹੈ ਪਾਸੇ। ਪਾਸ ਦਾ ਇੱਕ ਮਤਲਬ ਹੁੰਦਾ ਹੈ ਨੇੜੇ, ਕੋਲ। ਇੱਕ ਪਾਸ ਦਾ ਮਤਲਬ ਹੁੰਦਾ ਹੈ ਪਾਸੇ, ਦੂਰ। ਸਭ ਪਰ ਹਰ ਪਾਸ ਧਰੇ। ਜੇ ਤੁਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਰਾਤ ਦਿਨੇ ਜਪੋ ਤੇ ਤੁਹਾਡੇ ਕੀਤੇ ਹੋਏ ਕਰੋੜਾਂ ਪਾਪ, ਉਹ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਜਿਹੜਾ ਹੈ, ਉਹ ਤੁਹਾਡੇ ਜਿਹੜੇ ਸੰਸਕਾਰ ਬਣ ਕੇ ਤੁਹਾਡੇ ਨਾਲ ਚੰਬੜੇ ਹੋਏ ਨੇ, ਉਹਨਾਂ ਨੂੰ ਤੁਹਾਡੇ ਤੋਂ ਛਡਵਾ ਕੇ ਪਰੇ ਧਰ ਦੇਵੇਗਾ, ਯਾਨੀ ਤੁਹਾਡੇ ਤੋਂ ਦੂਰ ਕਰ ਦੇਵੇਗਾ। ਤੇ ਇਹਨੂੰ ਸਿੱਧਿਆਂ ਸ਼ਬਦਾਂ 'ਚ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਅਸੀਂ ਉਹਨਾਂ ਕਰੋੜਾਂ ਅਪਰਾਧਾਂ ਤੋਂ ਮੁਕਤ ਹੋ ਜਾਵਾਂਗੇ, ਬਚ ਜਾਵਾਂਗੇ। ਇਸ ਲਈ ਸਾਨੂੰ ਵਾਹਿਗੁਰੂ ਜੀ ਦਾ ਨਾਮ ਜਪਣਾ ਤੇ ਰਾਤ ਦਿਨੇ ਜਪਣਾ ਅਤੀ ਜ਼ਰੂਰੀ ਹੈ। ਕਈ ਜਣੇ ਜ਼ਰੂਰ ਸੋਚਦੇ ਹੋਣਗੇ ਵੀ ਅਸੀਂ ਤੇ ਪਾਪ ਕੀਤਾ ਹੀ ਕੋਈ ਨਹੀਂ, ਤੇ ਫਿਰ ਸਾਨੂੰ ਤੇ ਕੋਈ ਨਹੀਂ ਜਪਣ ਦੀ ਲੋੜ। ਪਰ ਮੈਨੂੰ ਨਹੀਂ ਲੱਗਦਾ ਕਿ ਹੋ ਸਕਦਾ ਕਿਸੇ ਨੇ ਜਾਣ ਬੁੱਝ ਕੇ ਨਾ ਕੀਤਾ ਹੋਵੇ। ਅਣਜਾਣੇ ਵਿੱਚ ਸਾਡੇ ਤੋਂ ਬਹੁਤ ਕੁਝ ਹੋ ਜਾਂਦਾ ਹੈ ਜੀ, ਇਹ ਮੰਨ ਲੈਣਾ ਚਾਹੀਦਾ ਹੈ। ਸਾਡੇ ਸਭਨਾਂ ਤੋਂ ਹੁੰਦਾ ਹੈ। ਦੁਨੀਆ ਦਾ ਇਹੋ ਜਿਹਾ ਕੋਈ ਆਦਮੀ ਤੁਹਾਨੂੰ ਨਹੀਂ ਮਿਲੇਗਾ ਕਿਸੇ ਪੂਰਨ ਪੁਰਸ਼ ਨੂੰ ਛੱਡ ਕੇ। ਅਸੀਂ ਸਭ ਪਾਪਾਂ ਦੇ ਭਾਗੀ ਹਾਂ। ਕਿਤੇ ਨਾ ਕਿਤੇ ਸਾਡੇ ਤੋਂ ਕੋਈ ਨਾ ਕੋਈ ਦੋਸ਼, ਕੋਈ ਅਪਰਾਧ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਹੋ ਜਾਂਦਾ ਹੈ। ਉਸ ਤੋਂ ਮੁਕਤ ਹੋਣ ਲਈ ਇੱਕੋ ਇੱਕ ਤਰੀਕਾ ਹੈ, ਨਾ ਅਰਦਾਸਾਂ ਨੇ ਕੰਮ ਕਰਨਾ ਹੈ, ਨਾ ਸਾਡੇ ਦਿੱਤੇ ਹੋਏ ਦਾਨ ਨੇ ਕੰਮ ਕਰਨਾ ਹੈ,
ਨਾ ਸਾਡੀਆਂ ਹੋਰ ਦੁਨਿਆਵੀ ਗੱਲਾਂ ਬਾਤਾਂ ਨੇ ਕੰਮ ਕਰਨਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਮੰਨਣਾ ਹੈ, ਇੱਕੋ ਇੱਕ ਪਰਮੇਸ਼ਵਰ ਦਾ ਨਾਮ ਤੁਹਾਨੂੰ ਤੁਹਾਡੇ ਕੀਤੇ ਹੋਏ ਅਪਰਾਧਾਂ ਤੋਂ ਨਿਜਾਤ ਦਿਵਾ ਸਕਦਾ ਹੈ। ਸੋ ਜੀ ਆਪਾਂ ਯਤਨ ਕਰਿਆ ਕਰੀਏ, ਜਿੰਨਾ ਵੱਧ ਤੋਂ ਵੱਧ ਨਾਮ ਜਪਿਆ ਜਾ ਸਕੇ ਜਪੀਏ, ਵੱਧ ਤੋਂ ਵੱਧ ਮਾਲਕ ਦਾ ਚੇਤਾ ਬਣਾ ਕੇ ਰੱਖੀਏ, ਨਿਮਰਤਾ ਵਿੱਚ ਰਹੀਏ, ਆਪਣੇ ਅਹਮ ਦਾ ਤਿਆਗ ਕਰੀਏ। ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਜੀਵਨ ਚੰਗਾ ਬਣ ਜਾਏਗਾ, ਅਸੀਂ ਅਧਿਆਤਮਿਕ ਤੌਰ ਤੇ ਅੱਗੇ ਵੱਧ ਜਾਵਾਂਗੇ। ਇਸ ਤੋਂ ਅਗਲਾ ਬਚਨ ਹੈ ਜੀ, ਅਗਲਾ ਜਿਹੜਾ ਸਿਰਲੇਖ ਹੈ ਉਹ ਹੈ ਮਾਲੀ ਗੌੜਾ। ਇਹਨੂੰ 3-4 ਤਰ੍ਹਾਂ ਨਾਲ ਲਿਖਿਆ ਜਾਂਦਾ ਹੈ। ਇੱਥੇ ਵੀ ਜਿਹੜਾ ਰਾਗ ਹੈ ਮੂਲ ਰੂਪ ਵਿੱਚ ਉਹ ਹੈ ਮਾਲੀ, ਤੇ ਮਾਲੀ ਰਾਗ ਦਾ ਜਿਹੜਾ ਪੂਰਾ ਨਾਂ ਹੈ ਉਹ ਹੈ ਮਾਲਵਾ ਰਾਗ। ਮਾਲਵੇ ਦੇ ਵਿੱਚ ਗਾਇਆ ਜਾਣ ਵਾਲਾ ਰਾਗ ਉਸ ਨੂੰ ਮਾਲੀ ਰਾਗ ਆਖਦੇ ਨੇ। ਗੌੜਾ ਇੱਕ ਵੱਖਰਾ ਰਾਗ ਹੈ, ਜਿਵੇਂ ਰਾਗ ਗੌੜੀ ਏ, ਇਸੇ ਤਰ੍ਹਾਂ ਇਹ ਗੌੜੀ ਦੀ ਇੱਕ ਕਿਸਮ ਹੈ, ਇਸ ਨੂੰ ਗੌੜਾ ਆਖਦੇ ਨੇ। ਸੋ ਇਹ ਮਾਲੀ ਤੇ ਗੌੜਾ ਇਹ ਦੋਵੇਂ ਰਾਗ, ਮਾਲਵੇ ਦਾ ਰਾਗ ਜਮਾ ਗੌੜੀ ਦੀ ਇੱਕ ਕਿਸਮ ਗੌੜਾ, ਇਸ ਨੂੰ ਮਿਲਾ ਕੇ ਮਾਲੀ ਗੌੜਾ ਆਖਦੇ ਨੇ। ਇਸ ਨੂੰ ਮਾਲਵ ਗੌੜਾ ਵੀ ਲਿਖਿਆ ਜਾਂਦਾ ਹੈ। ਇਹਦਾ ਜਿਹੜਾ ਗਾਉਣ ਦਾ ਵੇਲਾ ਹੈ ਦਿਨ ਦਾ ਤੀਜਾ ਪਹਿਰ, ਯਾਨੀ ਸ਼ਾਮ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਇਹਨੂੰ ਗਾਉਣਾ ਚਾਹੀਦਾ ਹੈ। ਇਹਦਾ ਨੰਬਰ ਹੈ 20ਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਜਦੋਂ ਗੁਰੂ ਸਾਹਿਬ ਨੇ ਇਹ ਰਾਗ ਸ਼ੁਰੂ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਪਹਿਲਾ ਬਚਨ ਲਿਖਿਆ, ਅਨੇਕ ਜਤਨ ਕਰ ਰਹੇ ਹਰ ਅੰਤ ਨਾਹੀ ਪਾਇਆ। ਇਹ ਵੀ ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ ਕਿ ਸੰਸਾਰ ਦੇ ਅੰਦਰ ਬਹੁਤ ਸਾਰੇ ਲੋਕਾਂ ਨੇ, ਸਿਆਣਿਆਂ ਲੋਕਾਂ ਨੇ, ਪੰਡਿਤ ਲੋਕਾਂ ਨੇ, ਵਿਗਿਆਨੀ ਲੋਕਾਂ ਨੇ ਉਸ ਪ੍ਰਭੂ ਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ। ਅਨੇਕ ਜਤਨ, ਅਨੇਕਾਂ ਯਤਨ, ਯਾਨੀ ਬਹੁਤ ਕੋਸ਼ਿਸ਼ ਕੀਤੀ ਕਿ ਉਸ ਵਾਹਿਗੁਰੂ ਜੀ ਦਾ ਅਸੀਂ ਅੰਤ ਪਾ ਲਈਏ। ਵਾਹਿਗੁਰੂ ਜੀ ਦਾ ਅੰਤ ਤੇ ਦੂਰ ਦੀ ਗੱਲ ਏ, ਵਾਹਿਗੁਰੂ ਜੀ ਦੀ ਬਣਾਈ ਹੋਈ ਕੁਦਰਤ ਦਾ ਹੀ ਮਨੁੱਖ ਕੋਲੋਂ ਅੰਤ ਨਹੀਂ ਪਾਇਆ ਜਾ ਸਕਦਾ, ਅੱਜ ਤੱਕ ਨਹੀਂ ਪਾਇਆ ਗਿਆ ਤੇ ਉਮੀਦ ਅੱਗੇ ਵੀ ਅਸੀਂ ਨਹੀਂ ਪਾ ਸਕਾਂਗੇ। ਅਨੇਕ ਜਤਨ ਕਰ ਰਹੇ ਹਰ ਅੰਤ ਨਾਹੀ ਪਾਇਆ। ਵਾਹਿਗੁਰੂ ਜੀ ਦੇ ਬਾਰੇ ਗੁਰੂ ਰਾਮਦਾਸ ਮਹਾਰਾਜ ਸਾਨੂੰ ਦੱਸਦੇ ਨੇ, ਹਰ ਅਗੰਮ ਅਗੰਮ ਅਗਾਧ ਬੋਧ। ਅਗੰਮ ਦਾ ਮਤਲਬ ਹੁੰਦਾ ਜਿੱਥੋਂ ਤੱਕ ਸਾਡੇ ਇੰਦਰੀਆਂ ਦੁਆਰਾ ਸਾਡੀ ਪਹੁੰਚ ਨਾ ਹੋ ਸਕੇ, ਉਸ ਨੂੰ ਅਗੰਮ ਆਖਦੇ ਨੇ। ਅਗਾਧ ਦਾ ਮਤਲਬ ਹੁੰਦਾ ਹੈ ਜਿਹੜਾ ਬਹੁਤ ਗਹਿਰਾਈ ਵਾਲਾ ਹੋਵੇ, ਤੇ ਬੋਧ ਦਾ ਮਤਲਬ ਹੈ ਜਿਹੜਾ ਸਾਡੀ ਬੁੱਧ ਵਿੱਚ ਨਾ ਆ ਸਕੇ, ਇਸ ਤੋਂ ਪਰੇ ਦੀ ਕੋਈ ਚੀਜ਼ ਹੋਵੇ। ਹਰ ਵਾਹਿਗੁਰੂ ਜਿਹੜਾ ਹੈ ਉਹ ਸਾਡੇ ਕਰਮ, ਸਾਡੇ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ, ਉਹ ਬਹੁਤ ਗਹਿਰਾਈ ਵਾਲਾ ਏ, ਉਹ ਬੌਧਿਕ ਤਲ ਤੇ ਸਮਝਿਆ ਨਹੀਂ ਜਾ ਸਕਦਾ। ਉਸ ਦੇ ਕੁਝ ਗੁਣ ਸਮਝੇ ਜਾ ਸਕਦੇ ਨੇ, ਉਸ ਨੂੰ ਥੋੜ੍ਹਾ ਬਹੁਤ ਸਮਝ ਕੇ ਆਪਣੇ ਚਿੱਤ ਨੂੰ ਉਹਦੇ ਨਾਲ ਜੋੜਿਆ ਜਾ ਸਕਦਾ ਹੈ। ਇਹ ਮਨੁੱਖ, ਇਹਦੇ ਵਿੱਚ ਵਾਹਿਗੁਰੂ ਜੀ ਨੇ ਇੰਨੀ ਸਮਰੱਥਾ ਰੱਖੀ ਏ ਕਿ ਇਹ ਉਹਦੇ ਵਿੱਚ ਲੀਨ ਹੋ ਸਕਦਾ ਹੈ, ਲੇਕਿਨ ਉਹਦਾ ਅੰਤ ਨਹੀਂ ਪਾ ਸਕਦਾ। ਜਿਸ ਤਰ੍ਹਾਂ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ, ਇਹ ਜਿੰਨੇ ਨਦੀਆਂ ਨਾਲੇ ਨੇ ਇਹ ਸਾਰੇ ਸਮੁੰਦਰ ਵਿੱਚ ਜਾ ਕੇ ਲੀਨ ਹੋ ਸਕਦੇ ਨੇ, ਆਪਣਾ ਆਪਾ ਗਵਾ ਸਕਦੇ ਨੇ, ਸਮੁੰਦਰ ਦਾ ਰੂਪ ਬਣ ਸਕਦੇ ਨੇ,
ਲੇਕਿਨ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ। ਇਸੇ ਤਰ੍ਹਾਂ ਅਸੀਂ ਜਿੰਨੇ ਵੀ ਲੋਕ ਹਾਂ ਸੰਸਾਰ ਵਿੱਚ, ਅਸੀਂ ਪਰਮਾਤਮਾ ਵਿੱਚ ਲੀਨ ਤੇ ਹੋ ਸਕਦੇ ਹਾਂ, ਉਹਦੇ ਵਿੱਚ ਸਮਾ ਸਕਦੇ ਹਾਂ, ਲੇਕਿਨ ਉਸ ਦਾ ਅੰਤ ਨਹੀਂ ਪਾ ਸਕਦੇ। ਤੇ ਜਿਸ ਦਾ ਅੰਤ ਨਾ ਪਾਇਆ ਜਾ ਸਕੇ, ਉਸ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਆਦੇਸ਼ ਹਰ ਪ੍ਰਭ ਰਾਇਆ। ਆਦੇਸ਼ ਦਾ ਮਤਲਬ ਹੁੰਦਾ ਹੈ ਸਿਰ ਝੁਕਾਉਣਾ, ਨਮਸਕਾਰ ਕਰਨਾ, ਮੱਥਾ ਟੇਕਣਾ। ਇਹੋ ਜਿਹੇ ਪ੍ਰਭੂ ਨੂੰ ਤੇ ਨਮਸਕਾਰ ਹੀ ਕੀਤੀ ਜਾ ਸਕਦੀ ਏ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਲਿਖਿਆ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਜਿਸ ਵਾਹਿਗੁਰੂ ਜੀ ਦੇ ਨਾਲ ਸਾਡਾ ਕੋਈ ਬਰ ਨਹੀਂ ਮਿਚਦਾ, ਜਿਹਦੇ ਨਾਲ ਉਹਦੇ ਵਰਗਾ ਹੋ ਜਾਣ ਦੀ ਸਾਡੇ ਵਿੱਚ ਸਮਰੱਥਾ ਨਹੀਂ, ਉਸ ਮਾਲਕ ਨੂੰ ਤੇ ਕੇਵਲ ਨਮਸਕਾਰ ਕਰਨੀ ਹੀ ਮਨੁੱਖ ਮਾਤਰ ਲਈ ਬਣਦੀ ਏ। ਸੋ ਸਾਨੂੰ ਸਭਨਾਂ ਨੂੰ ਚਾਹੀਦਾ ਕਿ ਅਸੀਂ ਉਸ ਪ੍ਰਭੂ ਅੱਗੇ ਆਪਣਾ ਸਿਰ ਝੁਕਾਈਏ, ਉਸ ਨੂੰ ਨਮਸਕਾਰ ਕਰੀਏ। ਉਸ ਦਾ ਅੰਤ ਲੱਭਣ ਦੀ ਕੋਸ਼ਿਸ਼ ਨਾ ਕੀਤੀ ਜਾਏ, ਕਿਉਂਕਿ ਉਹ ਲੱਭਣਾ ਨਹੀਂ। ਹਾਂ, ਵਿਗਿਆਨਿਕ ਤੌਰ ਤੇ ਇਸ ਕੁਦਰਤ ਨੂੰ ਜਾਣਨਾ ਉਹ ਕਿਸੇ ਤਰ੍ਹਾਂ ਮਾੜਾ ਨਹੀਂ। ਕੁਦਰਤ ਨੂੰ ਜਾਣ ਕੇ, ਕੁਦਰਤ ਨੂੰ ਸਮਝ ਕੇ, ਕੁਦਰਤ ਵਿੱਚ ਜੋ ਕੁਝ ਪਰਮਾਤਮਾ ਨੇ ਮਨੁੱਖਤਾ ਦੇ ਭਲੇ ਲਈ ਸਭ ਕੁਝ ਪਹਿਲਾਂ ਹੀ ਰੱਖਿਆ ਹੋਇਆ ਹੈ, ਉਹਨਾਂ ਚੀਜ਼ਾਂ ਦੀ ਵਰਤੋਂ ਕਰਨੀ, ਸੁਯੋਗ ਵਰਤੋਂ ਕਰਨੀ। ਇਸ ਤਰ੍ਹਾਂ ਨਹੀਂ ਜਿਵੇਂ ਅੱਜ ਰਸ਼ੀਆ ਕਰ ਰਿਹਾ ਹੈ, ਇਸ ਤਰ੍ਹਾਂ ਨਹੀਂ ਕਰਨੀ। ਇਹ ਤੇ ਬਹੁਤ ਗਲਤ ਹੋ ਰਿਹਾ ਹੈ ਕੰਮ। ਤੁਸੀਂ ਵੀ ਸੋਚਦੇ ਹੋਵੋਗੇ, ਸਭ ਸਿਆਣੇ ਲੋਕ ਸੋਚਦੇ ਨੇ, ਅਸੀਂ ਜੀ ਦੀਵਾਲੀ ਤੇ ਨਾ ਛੋਟੇ ਛੋਟੇ ਪਟਾਕੇ ਜੇ ਚਲਾਉਂਦੇ ਹੁੰਦੇ ਆ, ਛੋਟੇ ਛੋਟੇ। ਤੇ ਸਿਆਣੇ ਲੋਕ ਉਸ ਨੂੰ ਵੀ ਕਹਿੰਦੇ ਨੇ ਕਿ ਤੁਸੀਂ ਇਸ ਵਾਯੂ ਮੰਡਲ ਨੂੰ ਪ੍ਰਦੂਸ਼ਿਤ ਕਰਦੇ ਹੋ, ਪਟਾਕੇ ਦੀਵਾਲੀ ਤੇ ਨਾ ਚਲਾਇਆ ਕਰੋ, ਇਹ ਆਖਿਆ ਜਾਂਦਾ ਹੈ। ਔਰ ਇਹ ਬੜੀ ਚੰਗੀ ਗੱਲ ਏ, ਨਹੀਂ ਚਲਾਉਣੇ ਚਾਹੀਦੇ। ਪਰ ਜੋ ਕੁਝ ਹੁਣ ਹੋ ਰਿਹਾ ਹੈ, ਕਦੀ ਆਪਾਂ ਸੋਚਿਆ ਵੀ ਇਹਦਾ ਅਸਰ ਕਿੰਨੇ ਲੰਮੇ ਅਰਸੇ ਤੱਕ ਸਾਡੇ ਮਨੁੱਖਤਾ ਉੱਤੇ, ਇਸ ਵਾਤਾਵਰਨ ਵਿੱਚ, ਇਸ ਕੁਦਰਤ ਵਿੱਚ ਰਹਿਣਾ ਹੈ। ਕੁਝ ਲੋਕ ਤੇ ਜੀ ਜਿਹੜੇ ਉੱਥੇ ਵਿਚਾਰੇ ਜ਼ਿੰਦਗੀ ਤੋਂ ਹੱਥ ਧੋ ਰਹੇ ਨੇ, ਉਹਨਾਂ ਦਾ ਤੇ ਸਾਨੂੰ ਪਤਾ ਹੈ, ਗਿਣਤੀ ਅਸੀਂ ਕਰਨੇ ਆ ਪਏ। ਲੇਕਿਨ ਕੁਝ ਇੰਨੇ ਜੀਵ ਉਹਦੇ ਗੈਸ ਨਾਲ, ਉਸ ਧੂਏ ਨਾਲ, ਉਸ ਬਾਰੂਦ ਦੇ ਕਾਰਨ ਮਰਨਗੇ, ਜਿਹੜੇ ਗਿਣਤੀ ਮਿਣਤੀ ਤੋਂ ਪਰੇ ਦੇ ਨੇ। ਇਸ ਪੂਰੇ ਬ੍ਰਹਿਮੰਡ ਦੇ ਅੰਦਰ ਕੋਈ ਵੀ ਜਗ੍ਹਾ ਖਾਲੀ ਨਹੀਂ ਹੁੰਦੀ ਜਿੱਥੇ ਕੋਈ ਜੀਵ ਨਾ ਹੋਵੇ। ਤੇ ਇਸ ਜ਼ਹਿਰੀਲੇ ਧੂਏ ਦੇ ਕਿੱਥੋਂ ਤੱਕ ਜੀਵਾਂ ਦੀ ਹੱਤਿਆ ਕਰਨੀ ਹੈ, ਆਖੀ ਨਹੀਂ ਜਾ ਸਕਦੀ। ਔਰ ਇਸ ਦਾ ਅਸਰ ਬਹੁਤ ਬਹੁਤ ਲੰਮਾ ਚਿਰ ਰਹਿਣਾ ਹੈ ਇਸ ਸਾਡੇ ਵਾਤਾਵਰਨ ਦੇ ਅੰਦਰ। ਸੋ ਇਹਨਾਂ ਲੋਕਾਂ ਨੂੰ ਜੀ ਸੋਚਣਾ ਚਾਹੀਦਾ ਹੈ, ਮਾਨਵਤਾ ਦੇ ਭਲੇ ਲਈ। ਇਹ ਚੀਜ਼ਾਂ ਕੁਦਰਤ ਨੇ, ਪਰਮਾਤਮਾ ਨੇ ਕੁਦਰਤ ਵਿੱਚ ਰੱਖੀਆਂ ਸਨ, ਪਰ ਰੱਖੀਆਂ ਸੀ ਮਨੁੱਖ ਦੇ ਭਲੇ ਲਈ। ਪਰ ਅਸੀਂ ਉਹਨਾਂ ਦੀ ਵਰਤੋਂ ਗਲਤ ਕਰਨੀ ਸ਼ੁਰੂ ਕਰ ਦਿੱਤੀ। ਮੈਂ ਕੱਲ੍ਹ ਹੀ ਕਿਸੇ ਨਾਲ ਗੱਲ ਕਰਦਾ ਸਾਂ ਕਿ ਜੇ ਮਨੁੱਖ ਜਾਤੀ ਦਾ ਜੇ ਅੰਤ ਹੋਣਾ ਹੈ, ਤੇ ਉਹ ਮਨੁੱਖ ਦੇ ਕਾਰਨ ਹੀ ਹੋਣਾ ਹੈ। ਅਸੀਂ ਕੱਲ੍ਹ ਨੂੰ ਰੱਬ ਨੂੰ ਦੋਸ਼ ਦਈਏ, ਕੱਲ੍ਹ ਨੂੰ ਕੁਦਰਤ ਨੂੰ ਦੋਸ਼ ਦਈਏ, ਇਹ ਚੰਗਾ ਨਹੀਂ ਹੋਏਗਾ। ਇਹਦੇ ਦੋਸ਼ੀ ਅਸੀਂ ਹੀ ਹੋਵਾਂਗੇ। ਭਾਵੇਂ ਇਹਦੇ ਪਿੱਛੇ ਪਰਮਾਤਮਾ ਹੈ, ਕਿਉਂਕਿ ਪਰਮਾਤਮਾ ਕਾਰਨਾਂ ਦਾ ਕਾਰਨ ਹੈ। ਲੇਕਿਨ ਪਰਮਾਤਮਾ ਨੇ ਮਨੁੱਖ ਨੂੰ ਇੱਕ ਪੁਰਜਾ ਦਿੱਤਾ, ਜਿਹਨੂੰ ਅਸੀਂ ਦਿਮਾਗ ਆਖਦੇ ਹਾਂ। ਉਸ ਦਿਮਾਗ ਨਾਲ ਸੋਚਣਾ ਬਣਦਾ ਹੈ ਕਿ ਅਸੀਂ ਕਿੱਧਰ ਨੂੰ ਤੁਰੇ ਜਾ ਰਹੇ ਹਾਂ, ਅਸੀਂ ਕਰ ਕੀ ਰਹੇ ਹਾਂ। ਜੇ ਸੋਚ ਕੇ ਚੱਲੀਏ ਤੇ ਅਸੀਂ ਮਨੁੱਖਤਾ ਦੇ ਭਵਿੱਖ ਨੂੰ ਚੰਗਾ ਬਣਾ ਸਕਦੇ ਹਾਂ,
ਤੇ ਜੇ ਇਸ ਤਰ੍ਹਾਂ ਆਪਣੇ ਹੰਕਾਰ ਵਿੱਚ ਤੁਰੇ ਰਹੇ ਤੇ ਅਸੀਂ ਮਨੁੱਖਤਾ ਦਾ ਜਿਹੜਾ ਭਵਿੱਖ ਹੈ ਉਸ ਨੂੰ ਧੁੰਦਲਾ ਕਰ ਰਹੇ ਹੋਵਾਂਗੇ। ਸੋ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਨਮਸਕਾਰ ਹੀ ਕਰਨੀ ਉਸ ਮਾਲਕ ਨੂੰ ਬਣਦੀ ਏ। ਤੇ ਆਪਾਂ ਸਾਰੇ ਕੁਛ ਨਾ ਕੁਛ ਤੇ ਆਪਾਂ ਯਤਨ ਕਰੀਏ ਕਿ ਇਸ ਕੁਦਰਤ ਨੂੰ ਸੰਭਾਲੀਏ, ਪਾਣੀ ਨੂੰ ਪ੍ਰਦੂਸ਼ਿਤ ਨਾ ਕਰੀਏ, ਹਵਾ ਨੂੰ ਪ੍ਰਦੂਸ਼ਿਤ ਨਾ ਕਰੀਏ, ਧਰਤੀ ਮਾਂ ਦੀ ਸੇਵਾ ਸੰਭਾਲ ਕਰੀਏ ਕਿ ਸਾਡੀ ਧਰਤੀ ਮਾਂ ਜ਼ਖਮੀ ਨਾ ਹੋਈ ਹੋਏਗੀ। ਐਡੇ ਐਡੇ ਵੱਡੇ ਬੰਮ ਉਹਦੀ ਛਾਤੀ ਤੇ ਚਲਾਏ ਜਾ ਰਹੇ ਨੇ। ਕਦੀ ਸੋਚੋ ਤੇ ਸਹੀ, ਗੁਰੂ ਮਹਾਰਾਜ ਨੇ ਇਸ ਧਰਤੀ ਨੂੰ ਸਾਡੀ ਮਾਂ ਆਖਿਆ ਕਿ ਸਾਡੀ ਮਾਂ ਨੂੰ ਜ਼ਖਮੀ ਨਹੀਂ ਕਰ ਦਿੱਤਾ ਇਹਨਾਂ ਦਰਿੰਦਿਆਂ ਲੋਕਾਂ ਨੇ। ਸਾਡੀ ਮਾਂ ਤੋਂ ਇਹ ਅਸੀਸਾਂ ਲੈਣਗੇ ਹੁਣ, ਕਦੀ ਨਹੀਂ ਹੋਣ ਵਾਲਾ। ਸੋ ਜੀ ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ, ਜਿੰਨੀ ਕੁ ਆਪਾਂ ਕਰ ਸਕਦੇ ਹਾਂ, ਕਿ ਇਸ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਜ਼ਰੂਰ ਬਚਾਈਏ। ਇੱਕ ਸਾਧੂ ਸੰਤ ਨੇ, ਮਹਾਂਪੁਰਸ਼, ਉਹਨਾਂ ਦਾ ਟਾਈਟਲ ਹੈ ਸਤਿਗੁਰੂ। ਜੱਗੀ ਵਾਸੂਦੇਵ ਉਹਨਾਂ ਦਾ ਨਾਂ ਹੈ। ਸਾਰਿਆਂ ਮਹਾਂਪੁਰਸ਼ਾਂ ਦਾ ਸਾਨੂੰ ਬਹੁਤ ਸਤਿਕਾਰ ਕਰਨਾ ਚਾਹੀਦਾ ਹੈ। ਉਹ ਇੱਕ ਮੁਹਿੰਮ ਉਹਨਾਂ ਨੇ ਸ਼ੁਰੂ ਕੀਤੀ ਹੈ ਜਾਂ ਕਰਨ ਜਾ ਰਹੇ ਨੇ ਕਿ ਉਹ ਮੋਟਰਸਾਈਕਲ ਤੇ ਬੜੀ ਦੂਰ ਤੱਕ ਚੱਕਰ ਲਗਾਉਣਗੇ, ਦੂਜਿਆਂ ਦੇਸ਼ਾਂ ਤੱਕ ਵੀ, ਤੇ ਲੋਕਾਂ ਨੂੰ ਸੁਨੇਹਾ ਦੇਣਗੇ ਕਿ ਵਾਤਾਵਰਨ ਦੀ ਸੰਭਾਲ ਕਰੋ, ਧਰਤੀ ਨੂੰ ਬਚਾਓ, ਪਾਣੀ ਨੂੰ ਬਚਾਓ ਤੇ ਹਵਾ ਨੂੰ ਬਚਾਓ। ਇਹ ਉਹ ਸੁਨੇਹਾ ਦੇਣ ਲਈ ਦੁਨੀਆ ਵਿੱਚ ਨਿਕਲਣਗੇ। ਜਦੋਂ ਨਿਕਲਣਗੇ ਉਹਨਾਂ ਤੋਂ ਵੀ ਸੁਨੇਹਾ ਸੁਣਾਂਗੇ। ਪਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਦੋਂ ਦਾ ਇਹ ਸੁਨੇਹਾ ਦਿੱਤਾ ਹੈ ਵੀ ਧਰਤੀ ਤੁਹਾਡੀ ਮਾਂ ਏ, ਹਵਾ ਤੁਹਾਡਾ ਗੁਰੂ ਏ, ਪਾਣੀ ਤੁਹਾਡਾ ਪਿਤਾ ਏ। ਕੀ ਅਸੀਂ ਆਪਣੇ ਗੁਰੂ, ਆਪਣੇ ਮਾਤਾ ਤੇ ਆਪਣੇ ਪਿਤਾ ਦੀ ਸੰਭਾਲ ਨਹੀਂ ਕਰਨੀ? ਸਾਨੂੰ ਕਰਨੀ ਚਾਹੀਦੀ ਏ। ਸੋ ਹਿੰਮਤ ਕਰੀਏ। ਇਸ ਤੋਂ ਅਗਲਾ ਬਚਨ ਨੇ ਜੀ, 5 ਮਿੰਟ ਬਾਕੀ ਨੇ ਮੇਰੇ ਕੋਲ। ਅਗਲਾ ਸਿਰਲੇਖ ਹੈ ਰਾਗ ਮਾਰੂ। ਇਹ ਜਿਹੜਾ ਮਾਰੂ ਰਾਗ ਏ, ਇਹਦਾ 21ਵਾਂ ਨੰਬਰ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਵਿਦਵਾਨਾਂ ਦਾ ਮਤ ਹੈ ਕਿ ਇਹ ਰਾਗ ਉਸ ਵਕਤ ਗਾਇਆ ਜਾਂਦਾ ਜਦੋਂ ਸੂਰਮੇ ਯੁੱਧ ਨੂੰ ਚੜ੍ਹਦੇ ਨੇ ਤੇ ਜਾਂ ਫਿਰ ਕੋਈ ਅਕਾਲ ਚਲਾਣਾ ਕਰ ਜਾਏ ਉਦੋਂ। ਇਸ ਨੂੰ ਵੈਰਾਗਮਈ ਰਾਗ ਵੀ ਆਖਦੇ ਨੇ ਤੇ ਇਸ ਨੂੰ ਜੋਸ਼ੀਲਾ ਰਾਗ ਵੀ ਆਖਦੇ ਨੇ। ਜਦੋਂ ਯੁੱਧ ਨੂੰ ਜਾਣਾ ਹੈ, ਇਸੇ ਹੀ ਰਾਗ ਨੂੰ ਸੁਣ ਕੇ ਜੋਸ਼ ਵੀ ਅੰਦਰ ਪੈਦਾ ਹੁੰਦਾ ਹੈ। ਤੇ ਜਦੋਂ ਕਿਸੇ ਦੇ ਅਕਾਲ ਚਲਾਣੇ ਤੇ ਗੀਤ ਗਾਉਣੇ ਹੋਣ, ਕੀਰਤਨ ਕਰਨਾ ਹੋਵੇ ਤੇ ਮਾਰੂ ਰਾਗ ਵਿੱਚ ਕੀਤਾ ਜਾਏ ਤੇ ਇਹ ਸਾਡੇ ਅੰਦਰ ਵੈਰਾਗ ਵੀ ਪੈਦਾ ਕਰਦਾ ਹੈ। ਇਸ ਦੇ ਗਾਉਣ ਦਾ ਸਮਾਂ ਜਿਹੜਾ ਹੈ ਉਹ ਵਿਦਵਾਨਾਂ ਨੇ ਸ਼ਾਮ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਸੰਧੀ ਦੇ 2 ਵਕਤ ਹੁੰਦੇ ਨੇ, ਇੱਕ ਸਵੇਰ ਦਾ, ਇੱਕ ਸ਼ਾਮ ਦਾ। ਜਦੋਂ ਦਿਨ ਤੇ ਰਾਤ ਜਿੱਥੇ ਜਾ ਕੇ ਦੋਵੇਂ ਮਿਲਦੇ ਨੇ ਉਸ ਨੂੰ ਸੰਧੀ ਆਖਦੇ ਨੇ। ਇਹ 2 ਵਕਤ ਇਹਨਾਂ ਦਾ ਮਿਲਾਪ ਹੁੰਦਾ ਹੈ। ਭਾਵੇਂ ਉਹ ਠੀਕ ਪੁਆਇੰਟ ਨਿਯਤ ਨਹੀਂ ਕੀਤਾ ਜਾ ਸਕਦਾ, ਲੇਕਿਨ ਇੱਕ ਵਕਤ ਜ਼ਰੂਰ ਆਉਂਦਾ ਹੈ ਜਿੱਥੇ ਇਹਨਾਂ ਦੋਵਾਂ ਦਾ ਮਿਲਾਪ ਹੁੰਦਾ ਹੈ। ਜਿੱਥੇ ਰਾਤ ਖਤਮ ਹੁੰਦੀ ਹੈ ਤੇ ਦਿਨ ਨਿਕਲਦਾ ਹੈ, ਜਿੱਥੇ ਦਿਨ ਖਤਮ ਹੁੰਦਾ ਹੈ ਤੇ ਰਾਤ ਨਿਕਲ ਪੈਂਦੀ ਹੈ। ਸੋ ਇਹ ਇੱਕ ਇਹੋ ਜਿਹੀ ਜਗ੍ਹਾ ਹੁੰਦੀ, ਉਹ ਇੱਕ ਇਹੋ ਜਿਹਾ ਪੁਆਇੰਟ ਹੁੰਦਾ ਹੈ। ਜੇਕਰ ਅਸੀਂ ਠੀਕ ਉਸ ਵਕਤ ਪ੍ਰਭੂ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਤੇ ਅਸੀਂ ਵਧੇਰੇ ਸਹਿਜੇ ਜੁੜ ਸਕਦੇ ਹਾਂ। ਸ਼ਾਇਦ ਮਹਾਂਪੁਰਸ਼ਾਂ ਨੇ, ਗੁਰੂ ਜਨਾਂ ਨੇ ਸਾਨੂੰ ਇਹ 2 ਵਕਤ ਇਸ ਲਈ ਦਿੱਤੇ ਹੋਏ ਨੇ, ਪ੍ਰਭਾਤ ਵੇਲਾ ਤੇ ਸ਼ਾਮ ਦਾ ਵੇਲਾ। ਇਹ ਸੰਧੀ ਦਾ ਵਕਤ ਹੈ, ਜੁੜਨ ਦਾ ਵਕਤ ਹੈ। ਤੇ ਮਨੁੱਖ ਨੇ ਮਾਇਆ ਨਾਲ ਨਹੀਂ ਜੁੜਨਾ, ਇਸ ਵਕਤ ਰੱਬ ਨਾਲ ਜੁੜਨ ਦਾ ਵਕਤ ਹੁੰਦਾ ਹੈ।
ਸੋ ਸਵੇਰੇ ਤੇ ਸ਼ਾਮ ਇਸ ਸੰਧੀ ਦੇ ਵੇਲੇ ਜ਼ਰੂਰ ਬੈਠਿਆ ਕਰੋ, ਭਾਵੇਂ 2 ਮਿੰਟ ਹੀ ਬੈਠੋ। ਆਪਣੀ ਸੁਰਤ ਨੂੰ ਮਾਲਕ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਤੇ ਧਿਆਨ ਵਿੱਚ ਇਸ ਤਰ੍ਹਾਂ ਰੱਖ ਕੇ ਕਿ ਹੁਣ ਇਹ ਵਕਤ ਹੈ ਜਦੋਂ ਦਿਨ ਤੇ ਰਾਤ ਦਾ ਮਿਲਾਪ ਹੋਣ ਜਾ ਰਿਹਾ ਹੈ। ਉਸ ਮਿਲਾਪ ਦੇ ਸਮੇਂ ਜੇ ਅਸੀਂ ਵੀ ਉਸ ਸਥਿਤੀ ਵਿੱਚ ਹੋਵਾਂਗੇ ਤੇ ਵਾਹਿਗੁਰੂ ਜੀ ਦੇ ਨਾਲ ਮਿਲਾਪ ਦਾ ਸਹਿਜੇ ਹੀ ਸਾਨੂੰ ਕੁਝ ਨਾ ਕੁਝ ਆਨੰਦ ਆ ਪਾਏਗਾ। ਸੋ ਇਸ ਰਾਗ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਜਿਹੜਾ ਬਚਨ ਲਿਖਿਆ, ਗੁਰੂ ਨਾਨਕ ਸਾਹਿਬ ਜੀ ਨੇ, ਉਹਨਾਂ ਨੇ ਲਿਖਿਆ, ਬਾਬਾ ਮੈਂ ਕਰਮਹੀਨ ਕੂੜਿਆਰ। ਗੁਰੂ ਨਾਨਕ ਸਾਹਿਬ ਜੀ ਦਾ ਉਹ ਬਚਨ ਹੈ ਜੀ, ਕਿਵ ਸਚਿਆਰਾ ਹੋਈ ਹੈ, ਕਿਉਂਕਿ ਅਸੀਂ ਕੂੜਿਆਰ ਹਾਂ। ਅਸੀਂ ਜ਼ਿੰਦਗੀ ਵਿੱਚ ਬਹੁਤ ਝੂਠ ਬੋਲੇ ਨੇ, ਅਸੀਂ ਜ਼ਿੰਦਗੀ ਵਿੱਚ ਬਹੁਤ ਅਪਰਾਧ ਕੀਤੇ ਨੇ, ਅਸੀਂ ਜ਼ਿੰਦਗੀ ਵਿੱਚ ਬਹੁਤ ਗੁਨਾਹ ਕੀਤੇ ਨੇ, ਕੂੜਿਆਰ। ਇਸੇ ਕਰਕੇ ਅਸੀਂ ਕਰਮਹੀਨ ਹਾਂ। ਕਰਮ ਦਾ ਮਤਲਬ ਹੁੰਦਾ ਹੈ ਜੀ ਬਖਸ਼ਿਸ਼। ਅਸੀਂ ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਵਾਂਝੇ ਲੋਕ ਹਾਂ, ਜਿੰਨੇ ਅਸੀਂ ਉਹਦੇ ਨਾਲੋਂ ਟੁੱਟੇ ਹੋਏ ਹਾਂ। ਭਾਵੇਂ ਸਾਡੇ ਕੋਲ ਮਾਇਆ ਬਹੁਤ ਹੋ ਗਈ ਏ, ਸਾਡੇ ਕੋਲ ਜ਼ਮੀਨਾਂ ਜਾਇਦਾਦਾਂ ਬਹੁਤ ਹੋ ਗਈਆਂ ਨੇ, ਪਰ ਕੀ ਤੁਸੀਂ ਸੋਚਦੇ ਹੋ ਕਿ ਇਹਨਾਂ ਵਿੱਚੋਂ ਕੁਝ ਵੀ ਸਾਡੇ ਨਾਲ ਨਿਭਣ ਵਾਲਾ ਹੈ? ਇੱਕ ਵੀ ਚੀਜ਼ ਸੋਚ ਕੇ ਵੇਖੋ ਕਦੀ ਕਿ ਸੱਚਮੁੱਚ ਸਾਡੇ ਨਾਲ ਕੁਝ ਜਾਏਗਾ, ਕੁਝ ਸਾਡਾ ਹੈ ਇਹਦੇ ਵਿੱਚ? ਕੁਝ ਵੀ ਨਹੀਂ। ਇੱਕ ਵਾਹਿਗੁਰੂ ਜੀ ਦੀ ਬਖਸ਼ਿਸ਼, ਸਾਨੂੰ ਉਸ ਦੀ ਜ਼ਰੂਰਤ ਹੈ। ਪਰਮਾਤਮਾ ਨੇ ਸਾਨੂੰ ਬਹੁਤ ਸੁੱਖ ਦਿੱਤੇ ਨੇ, ਬੜੀਆਂ ਸਹੂਲਤਾਂ ਦਿੱਤੀਆਂ ਨੇ ਜ਼ਿੰਦਗੀ ਜਿਉਣ ਦੀਆਂ, ਤੇ ਸਾਨੂੰ ਹੁਣ ਇਸ ਸਭ ਕਾਸੇ ਦੇ ਨਾਲ ਨਾਲ ਵਾਹਿਗੁਰੂ ਜੀ ਦੀ ਬਖਸ਼ਿਸ਼ ਦੀ ਲੋੜ ਹੈ। ਸੋ ਉਸ ਦੀ ਬਖਸ਼ਿਸ਼ ਪ੍ਰਾਪਤ ਕਰਨ ਲਈ ਆਪਾਂ ਯਤਨਸ਼ੀਲ ਹੋਈਏ। ਤੇ ਉਹ ਬਖਸ਼ਿਸ਼ ਮਿਲਣੀ ਕਿਵੇਂ ਆ? ਨਾਮ ਦੁਆਰਾ। ਲੇਕਿਨ ਉਹ ਨਾਮ, ਗੁਰੂ ਸਾਹਿਬ ਆਖਦੇ ਨੇ, ਨਾਮ ਨਾ ਪਾਇਆ ਤੇਰਾ। ਜਿਸ ਤੇਰੇ ਨਾਮ ਤੋਂ ਸਾਨੂੰ ਤੇਰੀ ਬਖਸ਼ਿਸ਼ ਮਿਲਣੀ ਸੀ ਤੇ ਅਸੀਂ ਸਚਿਆਰ ਹੋ ਜਾਣਾ ਸੀ ਕੂੜਿਆਰ ਤੋਂ, ਉਹ ਤੇਰਾ ਨਾਮ ਹੀ ਸਾਨੂੰ ਨਹੀਂ ਪ੍ਰਾਪਤ ਹੋਇਆ। ਭਾਵੇਂ ਅਸੀਂ ਲੱਖ ਜੀ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਖੁਦਾ ਖੁਦਾ ਕਰੀ ਜਾਈਏ, ਇਹ ਕੋਈ ਨਾਮ ਨਹੀਂ ਜੇ। ਨਾਮ ਸਾਡੇ ਅੰਦਰੋਂ ਪ੍ਰਗਟ ਹੋਣਾ ਹੈ, ਬਾਹਰੋਂ ਨਹੀਂ ਮਿਲਣਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਇਹ ਪਰਮਾਤਮਾ ਦਾ ਨਾਮ ਸਾਡੇ ਸਰੀਰ ਵਿੱਚ ਹੈ ਤੇ ਸਾਡੇ ਜਨਮ ਦੇ ਨਾਲ ਹੀ ਵਾਹਿਗੁਰੂ ਜੀ ਨੇ ਇਹਦੇ ਵਿੱਚ ਰੱਖਿਆ ਹੋਇਆ, ਜਾਂ ਇਸ ਤਰ੍ਹਾਂ ਆਖੀਏ ਜਨਮ ਤੋਂ ਵੀ ਪਹਿਲਾਂ ਦਾ, ਜਦੋਂ ਅਸੀਂ ਮਾਤਾ ਜੀ ਦੇ ਉਦਰ ਵਿੱਚ ਸਾਂ। ਇਹ ਨਾਮ ਉਦੋਂ ਤੋਂ ਹੀ ਸਾਡੇ ਨਾਲ ਹੈ, ਲੇਕਿਨ ਗੁਪਤ ਹੈ। ਉਸ ਨੂੰ ਪ੍ਰਗਟ ਕਰਨਾ ਹੈ ਆਪਾਂ ਆਪਣੇ ਅੰਦਰੋਂ। ਨਾਮ ਨਾ ਪਾਇਆ ਤੇਰਾ, ਮੈਂ ਕੂੜਿਆਰ ਕਿਉਂ ਹਾਂ? ਕਿਉਂਕਿ ਮੈਂ ਜਿਹੜਾ ਮੇਰੇ ਜੀਵਨ ਦਾ ਮਕਸਦ ਸੀ ਉਹ ਤੇ ਮੈਂ ਪੂਰਾ ਹੀ ਨਾ ਕਰ ਪਾਇਆ। ਮੈਂ ਤੇ ਹੋਰ ਹੀ ਉਲਝਣਾਂ ਵਿੱਚ ਫਸਿਆ ਰਿਹਾ। ਅੰਧਾ ਭਰਮ ਭੁੱਲਾ ਮਨ ਮੇਰਾ, ਮੇਰਾ ਅਗਿਆਨੀ ਮਨ। ਅੰਧੇ ਤੋਂ ਮਤਲਬ ਹੈ ਜੀ ਅਗਿਆਨੀ। ਇਹ ਮੇਰਾ ਗਿਆਨਹੀਨ ਜਿਹੜਾ ਮਨ ਹੈ, ਇਹ ਭਰਮਾਂ ਵਿੱਚ ਪੈ ਕੇ ਐਸਾ ਭੁੱਲ ਗਿਆ, ਨਾਮ ਨੂੰ ਪ੍ਰਾਪਤ ਹੀ ਨਾ ਕਰ ਸਕਿਆ ਆਪਣੇ ਅੰਦਰੋਂ, ਜਿਸ ਕਰਕੇ ਇਹ ਕਰਮਹੀਨ ਹੋ ਗਿਆ ਤੇ ਕੂੜਿਆਰ ਹੋ ਗਿਆ। ਸੋ ਅੱਜ ਦੀ ਵਿਚਾਰ ਮੈਂ ਜੀ ਇੱਥੇ ਹੀ ਸਮਾਪਤ ਕਰਦਾ ਹਾਂ। ਇੱਥੋਂ ਹੀ ਆਪਾਂ ਅਗਲੇ ਐਤਵਾਰ ਵਿਚਾਰ ਸ਼ੁਰੂ ਕਰਾਂਗੇ। ਗੁਰੂ ਮਹਾਰਾਜ ਮਿਹਰ ਕਰੇ, ਬਖਸ਼ਿਸ਼ ਕਰੇ, ਪਰ ਬਖਸ਼ਿਸ਼ ਤੇ ਤਾਂ ਹੀ ਹੋਣੀ ਜੇ ਅਸੀਂ ਕੋਈ ਉਦਮ ਕਰਾਂਗੇ। ਤੇ ਵਾਹਿਗੁਰੂ ਜੀ, ਅਸੀਂ ਉਦਮ ਕਰੀਏ, ਵਾਹਿਗੁਰੂ ਜੀ ਬਖਸ਼ਿਸ਼ ਕਰਨ, ਅਸੀਂ ਆਪਣੇ ਜੀਵਨ ਨੂੰ ਸਫਲ ਜੀਵਨ ਬਣਾ ਸਕੀਏ। ਤੇ ਜੋ ਗੁਰਬਾਣੀ ਵਿੱਚ ਸਾਨੂੰ ਗੁਰੂ ਮਹਾਰਾਜ ਜੀ ਨੇ ਸਮਝਾਇਆ ਹੈ, ਅਸੀਂ ਉਸ ਨੂੰ ਆਪਣੇ ਜੀਵਨ ਵਿੱਚ ਅਪਣਾ ਸਕੀਏ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਪਿਆਰ ਨਾਲ ਬਹਿ ਕੇ ਗੁਰਬਾਣੀ ਵਿਚਾਰ ਨੂੰ ਸੁਣਿਆ ਹੈ। ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।